ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੋਰਚੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਰਣਨੀਤੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਆਤਿਸ਼। ਹਮੀਰ ਜੀ, ਮੋਰਚਾ ਫਤਿਹ ਕਰਨ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੇ ਆਪਣੇ ਉਲੀਕੇ ਪ੍ਰੋਗਰਾਮ ਅਨੁਸਾਰ ਅੰਮ੍ਰਿਤਸਰ ਸਥਿਤ ਸ਼੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਈਆਂ ਨੇ ਤੇ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੇ ਪ੍ਰੋਗਰਾਮ, ਜਿਵੇਂ ਕਿ ਉਹਨੇ ਐਲਾਨ ਕੀਤਾ ਸੀ, ਅੱਜ ਉਹ ਦਿੱਲੀ ਦੇ ਜਿਹੜੇ ਬਾਰਡਰਾਂ ਤੋਂ ਅੱਜ ਉਹ ਉੱਥੇ ਤੋਂ ਚੱਲੇ ਨੇ। ਤੁਸੀਂ ਇਸ ਸਾਰੇ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਕਿਸਾਨ ਜਥੇਬੰਦੀਆਂ ਅੱਜ ਦਰਬਾਰ ਸਾਹਿਬ ਵੀ ਨਤਮਸਤਕ ਹੋਈਆਂ ਨੇ ਤੇ ਉੱਧਰ ਬਾਰਡਰਾਂ 'ਤੇ ਵੀ ਜਿਹੜਾ ਹੈ ਅੱਜ ਲਗਭਗ ਸਾਰੇ ਬਾਰਡਰ ਖਾਲੀ ਹੋ ਗਏ ਨੇ, ਉੱਥੇ ਦੇ ਹਾਲਾਤ ਕਿਵੇਂ ਦੇ ਰਹਿ ਰਹੇ ਨੇ? ਅਸਲ ਦੇ ਵਿੱਚ ਇਹ ਹੈ ਕਿ ਮੋਰਚਾ ਬੜਾ ਲੰਮਾ ਚੱਲ ਗਿਆ ਅਤੇ ਲੰਮੇ ਮੋਰਚੇ ਦੇ ਵਿੱਚ ਕਿੰਨੀਆਂ ਸ਼ਹਾਦਤਾਂ ਵੀ ਹੋਈਆਂ, ਕਿੰਨੇ ਮਤਲਬ ਇਨਵੈਸਟਮੈਂਟ ਹੋਈ, ਪੈਸਾ ਖਰਚ ਹੋਇਆ, ਹੋਰ ਸਾਰਾ ਕੁਝ ਸਾਰਾ ਮਾਮਲਾ ਸੀ। ਔਰ ਮੋਰਚੇ 'ਚ ਉਤਰਾਅ ਚੜ੍ਹਾਅ ਵੀ ਲਗਾਤਾਰ ਆਉਂਦੇ ਰਹੇ। ਨਾਰਮਲੀ ਕਿਸਾਨ ਅੰਦੋਲਨ ਦੇ ਆਗੂ ਵੀ ਲਗਾਤਾਰ ਇਹ ਕਹਿੰਦੇ ਰਹੇ ਵੀ ਇਹ ਜਿਹੜਾ ਚੀਜ਼ ਹੈ ਚੱਲੀ ਹੈ, ਸਾਨੂੰ ਪਤਾ ਨਹੀਂ ਹੈ ਕਿਵੇਂ ਚੱਲ ਗਈ। ਕਈ ਵਾਰ ਜਿੰਨੇ ਮਤਲਬ ਉੱਥੇ ਮਸਲੇ ਆਏ ਔਰ ਉਹਨਾਂ ਤੋਂ ਕਈ ਵਾਰ ਲੱਗਦਾ ਸੀ ਕਿ ਨਹੀਂ ਸੁਲਝਣੇ, ਪਰ ਕਿਸੇ ਨਾ ਕਿਸੇ ਤਰੀਕੇ ਸੁਲਝਦੇ ਰਹੇ ਆਪਸ ਦੇ ਵਿੱਚ। ਇੱਕ ਲੰਮੀ ਲੜਾਈ ਤੋਂ ਬਾਅਦ ਉਹ ਵੀ ਸ਼ਾਂਤਮਈ ਅੰਦੋਲਨ, ਦੁਨੀਆ ਦਾ ਸ਼ਾਇਦ ਸਭ ਤੋਂ ਲੰਮਾ ਔਰ ਸਭ ਤੋਂ ਬੜਾ ਸ਼ਾਂਤਮਈ ਅੰਦੋਲਨ ਜਿਹੜਾ ਇਹ ਸਾਬਤ ਹੋਇਆ। ਦੁਨੀਆ ਨੂੰ ਇਹਨਾਂ ਨੇ ਰਾਹ ਵੀ ਦਿਖਾਇਆ। ਪਰ ਹੁਣ ਜਿਹੜਾ ਉਹਨਾਂ ਨੇ ਇੱਕ ਫੈਸਲਾ ਕੀਤਾ ਸੀ ਕਿ ਅਸੀਂ ਇੱਕ ਅੰਦੋਲਨ ਦੇ ਵਿੱਚ ਲੋਕਾਂ 'ਚ ਉਤਸ਼ਾਹ ਹੈ ਜਿੱਤਣ ਤੋਂ ਬਾਅਦ, ਉੱਥੋਂ ਆਉਂਦਿਆਂ 'ਤੇ ਵੀ ਫੁੱਲ ਵਰਸਾ ਰਹੇ ਨੇ। ਔਰ ਮੇਰਾ ਖਿਆਲ ਇੱਕ ਰਣਨੀਤੀ ਹੈ ਕਿ ਕਿਸਾਨ ਆਗੂ ਵੀ ਉਹਨੂੰ ਥੋੜ੍ਹਾ ਜਿਹਾ ਹੋਰ ਮਤਲਬ ਉਨਾ ਕੁ ਲੰਮਾ ਇੱਕੋ ਦਮ ਐਂ ਡੇਗ ਦੋ ਅੰਦੋਲਨ ਆ ਕੇ ਘਰ ਬਹਿ ਜਾਓ, ਇਹਦੀ ਬਜਾਏ ਉਹ ਇਹਨੂੰ ਮਤਲਬ ਜਿਹੜੇ ਵਿਉਂਤਬੰਦੀ ਹੈ ਇਹਨੂੰ ਕਿਉਂਟਣ ਦੀ, ਉਹ ਇੱਕ ਹੌਲੀ ਹੌਲੀ ਕਦਮ ਦਰ ਕਦਮ ਚੱਲ ਰਹੇ ਨੇ। ਇਸੇ ਕਰਕੇ ਦਰਬਾਰ ਸਾਹਿਬ ਗਏ ਔਰ ਉੱਥੇ ਵੱਡੀ ਗਿਣਤੀ ਸ਼੍ਰੋਮਣੀ ਕਮੇਟੀ ਨੇ ਵੀ ਰਸਤੇ 'ਚ, ਹੋਰਾਂ ਸਕੂਲ ਬੱਚਿਆਂ ਨੇ, ਹੋਰਾਂ ਨੇ, ਸਭ ਨੇ ਜਿਹੋ ਜਿਹਾ ਜਸ਼ਨ ਪਹਿਲਾਂ ਸੀਗਾ ਮਤਲਬ ਅਜੇ ਵੀ ਉਹ ਕੰਟੀਨਿਊ ਹੈ, ਚੱਲ ਰਿਹਾ। ਉਹਦਾ ਕਾਰਨ ਹੈ ਉਹ ਇਸ ਕਰਕੇ ਵੀ ਦਿਖਾਈ ਦੇ ਰਿਹਾ ਕਿ ਬੰਦੇ ਚਾਹੇ ਜਥੇਬੰਦੀਆਂ ਨਾਲ ਜੁੜੇ ਸੀ ਚਾਹੇ ਨਹੀਂ ਸੀ। ਬਹੁਤ ਸਾਰਾ ਸੈਕਸ਼ਨ ਇਹੋ ਜਿਹਾ ਹਜੇ ਵੀ ਪੰਜਾਬ 'ਚ ਜਿਹੜਾ ਜਥੇਬੰਦੀਆਂ ਦਾ ਹਿੱਸਾ ਨਹੀਂ ਸੀ, ਪਰ ਇਕੱਲੇ ਇਕੱਲੇ ਬੰਦੇ ਨੇ, ਘਰ ਘਰ ਦੇ ਬੰਦੇ ਨੂੰ ਜਿਵੇਂ ਐਂ ਲੱਗਦਾ ਸੀ ਕਿ ਸਾਡਾ ਆਪਣਾ ਅੰਦੋਲਨ ਹੈ, ਉਹ ਉਸ ਰੂਹ ਨਾਲ ਉਹਦੇ ਵਿੱਚ ਇਨਵੋਲਵ ਸੀ। ਇਸੇ ਕਰਕੇ ਆਹ ਜਿਹੜਾ ਸਵਾਗਤ ਜਾਂ ਬਾਕੀ ਦੀਆਂ ਚੀਜ਼ਾਂ ਹੋ ਰਹੀਆਂ ਨੇ, ਇਹ ਸਿਆਸਤਦਾਨ ਦੀ ਤਰ੍ਹਾਂ ਨਹੀਂ ਹੈ ਕਿ ਕਿਰਾਏ 'ਤੇ ਲਿਆ ਕੇ ਬੰਦੇ ਸਾਈਡਾਂ 'ਤੇ ਖੜ੍ਹੇ ਕਰੋ ਜਾਂ ਕੋਈ ਇਹੋ ਜਿਹਾ ਚੀਜ਼ਾਂ ਹੁੰਦੀਆਂ ਨੇ। ਇਹ ਆਪ ਮੁਹਾਰਤ ਹੈ, ਦਿਲੀ ਖੁਸ਼ੀ ਦਾ ਜਿਹੜਾ ਇੱਕ ਤਰੀਕਾਕਾਰ ਹੈ। ਅਤੇ ਉੱਥੇ ਜਾ ਕੇ ਇਹੀ ਕਿਹਾ ਉਹਨਾਂ ਨੇ ਕਿ ਸਾਨੂੰ ਜਿਹੜੀ ਸਪੋਰਟ ਮਿਲੀ ਹੈ, ਕਿਉਂਕਿ ਮੋਰਲ ਸਪੋਰਟ ਜਿਹੜੀ ਉਦੋਂ ਤੋਂ ਮਿਲਣੀ ਸਟਾਰਟ ਹੋ ਗਈ ਸੀ ਜਦੋਂ ਪਹਿਲੇ ਦਿਨ ਹੀ ਜਦੋਂ ਕਿਸਾਨ ਦਿੱਲੀ ਗਏ ਨੇ ਅਤੇ ਦਰਬਾਰ ਸਾਹਿਬ ਤੋਂ ਅਰਦਾਸ ਹੋਈ ਸੀ ਪਹਿਲੀ ਵਾਰ ਕਿਸਾਨ ਅੰਦੋਲਨ ਦੀ ਮਤਲਬ ਸਫਲਤਾ ਵਾਸਤੇ। ਫਿਰ ਹੋਰ ਗੁਰੂ ਘਰਾਂ 'ਚ ਵੀ ਹੋਣ ਲੱਗ ਗਈ। ਇਹ ਸ਼ਾਇਦ ਬਹੁਤ ਘੱਟ ਮੌਕੇ ਆਉਂਦੇ ਨੇ ਕਿ ਕਿਸੇ ਅੰਦੋਲਨਾਂ ਲਈ ਦਰਬਾਰ ਸਾਹਿਬ ਐਵੇਂ ਅਰਦਾਸਾਂ ਹੋਣ ਜਾਂ ਇਸ ਟਾਈਪ 'ਤੇ ਕੋਈ ਗੱਲ ਚੱਲਦੀ, ਕਿਉਂਕਿ ਅੰਦੋਲਨ ਆਪਣੀ ਆਪਣੀ ਜਗ੍ਹਾ ਚੱਲਦੇ ਰਹਿੰਦੇ ਨੇ। ਪਰ ਇੱਕ ਸਮੁੱਚਤਾ ਦਾ ਉਸ ਲੈਵਲ ਦਾ ਅੰਦੋਲਨ ਸੀਗਾ। ਔਰ ਇੱਕ ਪੜਾਅ ਹੁਣ ਉੱਥੇ ਜਾ ਕੇ ਇਹ ਖਤਮ ਹੋ ਗਿਆ ਅਤੇ 15 ਤਰੀਕ ਨੂੰ ਹੁਣ ਮਤਲਬ ਉਹਨਾਂ ਨੇ ਪੰਜਾਬ ਦੇ ਜਿਹੜੇ ਸੰਘਰਸ਼ ਦੇ ਪੜਾਅ ਨੇ ਹਜੇ ਤੱਕ ਇਹ ਨਹੀਂ ਉਠਾਏ। ਇਹਦੇ 'ਚੋਂ ਕੋਈ ਆਪਣੇ ਆਪ ਥੋੜ੍ਹਾ ਮੋਟਾ ਉੱਠ ਗਿਆ ਹੋਵੇ ਉਹ ਅਲੱਗ ਗੱਲ ਹੈ, ਪਰ ਇਹਦੇ ਬਾਰੇ ਫੈਸਲਾ 15 ਤਰੀਕ ਨੂੰ ਜਥੇਬੰਦੀਆਂ ਕਰਨਗੀਆਂ। ਔਰ ਉਹ ਇਕੱਲਾ ਇਹ ਨਹੀਂ ਕਿ ਉਹ ਤਾਂ ਉੱਥੋਂ ਆਏ ਨੇ, ਅਤੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਇਹ ਹਮੇਸ਼ਾ, ਇਹ ਪਹਿਲਾਂ ਵੀ ਲੇਟ ਗਈ ਸੀ ਉੱਥੇ, ਅਤੇ ਹੁਣ ਇਹਨਾਂ ਨੇ ਸੋਚਿਆ ਵੀ ਆਪਾਂ ਇਕੱਲੇ ਆ, ਨਾਲ ਵਿੱਚ ਦੀ ਨਾਲ ਨਹੀਂ ਜਾਣਾ, ਅਤੇ ਆਪਾਂ 2 ਦਿਨ ਲੇਟ ਚੱਲਦੇ ਹਾਂ। ਅਸਲ 'ਚ ਇਹ ਜਿਹੜਾ ਇੱਕ ਥੋੜ੍ਹਾ ਜਿਹਾ ਮੈਨੂੰ ਇਹ ਲੱਗਦਾ ਕਿ ਇਹ ਇੱਕ ਕਮਜ਼ੋਰ ਪੱਖ ਰਿਹਾ ਜਿੱਥੇ ਬਾਕੀ ਜਥੇਬੰਦੀਆਂ ਹੌਲੀ ਹੌਲੀ ਉਗਰਾਹਾਂ ਗਰੁੱਪ ਅਲੱਗ ਸੀ, ਪਰ ਹੌਲੀ ਹੌਲੀ ਉਹ ਸੰਯੁਕਤ ਮੋਰਚੇ ਦਾ ਹਿੱਸਾ ਬਣ ਗਿਆ ਸੀ। ਉੱਥੇ ਇੱਕੇ ਵੱਡੀ ਜਥੇਬੰਦੀ ਸੀ। ਇਹ ਜਥੇਬੰਦੀ ਵੀ ਦੇਖੋ ਇਕੱਲੇ ਤੌਰ 'ਤੇ ਇੰਨੀ ਵੱਡੀ ਤੂਰ ਦੇ ਵਿੱਚ ਟਰੈਕਟਰ ਟਰਾਲੀਆਂ ਲਿਜਾਣਾ, ਆਪਣਾ ਪੜਾਅ ਲਾ ਕੇ ਰੱਖਣਾ, ਪੂਰਾ ਸਾਲ ਚਲਾਉਣਾ, ਇਹ ਸੌਖਾ ਕੰਮ ਨਹੀਂ ਹੈ। ਜਥੇਬੰਦੀ 'ਤੇ ਵੀ ਬਹੁਤ ਮਿਹਨਤ ਨਾਲ ਅਤੇ ਬਹੁਤ ਲੋਕਾਂ ਦੇ ਸਹਿਯੋਗ ਨਾਲ ਇਹਦਾ ਮਤਲਬ ਆਪਣੇ ਆਪ ਨੂੰ ਕਾਇਮ ਵੀ ਰੱਖਿਆ। ਪਰ ਉਹਨੂੰ ਵੀ ਸ਼ਾਇਦ ਇਹ ਲੋਸ ਹੋਇਆ ਹੋਣਾ ਜੇ ਕਿਤੇ ਉਹ ਇਕੱਠੀ ਹੁੰਦੀ, ਇਹਦੇ ਵਿੱਚ ਆਉਂਦੀ, ਅਤੇ ਤਾਂ ਉਹਦਾ ਕੱਦ ਵੀ ਵਧਣਾ ਸੀ ਹੋਰ ਜ਼ਿਆਦਾ ਲੀਡਰਾਂ ਦਾ ਸਗੋਂ। ਅਤੇ ਇੱਕ ਜਿਹੜਾ ਅੰਦੋਲਨ ਦਾ ਸੁਭਾਅ ਸੀ, ਚਰਿੱਤਰ ਸੀ ਕਿ ਮਿਲ ਕੇ ਚੱਲਣਾ ਹੈ, ਔਰ ਚਾਹੇ ਵਖਰੇਵੇਂ ਜਿੰਨੇ ਮਰਜ਼ੀ ਹੋਣ। ਔਰ ਇਹ ਵੀ ਦੋਵੇਂ ਪਾਸਿਆਂ ਤੋਂ ਅਜੇ ਇੱਕ ਇੰਨੀ ਕੁ ਵੀਕਨੈਸ ਰਹੀ ਹੈ ਕਿ ਉਹ ਇਕੱਠੇ ਮਿਲ ਕੇ ਨਹੀਂ ਹੋ ਸਕੇ। ਕੁਝ ਕੋਸ਼ਿਸ਼ਾਂ ਹੋਈਆਂ ਉਸ ਸਮੇਂ ਦੇ ਦੌਰਾਨ ਵੀ, ਅਤੇ ਕਿ ਇਕੱਠੇ ਕੀਤਾ ਜਾਏ ਜਾਂ ਕਿਸੇ ਤਰੀਕੇ ਨਾਲ। ਔਰ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਨਿਰਭਰ ਕਰੇਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ, ਜਦੋਂ ਅੰਦੋਲਨ ਹੁੰਦੇ ਨੇ, ਛੋਟਾ ਹੋਵੇ ਕੋਈ ਬੜਾ ਹੋਵੇ, ਬੜਾ ਹੋਣ ਦੇ ਬਾਵਜੂਦ ਵੀ ਇਕੱਲਾ ਕਦੇ ਵੱਡਾ ਨਹੀਂ ਹੁੰਦਾ, ਸਹਿਮਤੀ ਨਾਲ, ਸਹਿਯੋਗ ਨਾਲ ਇੱਕ ਦੂਜੇ ਦੇ ਨਾਲ ਵੱਡੇ ਹੁੰਦੇ ਨੇ। ਔਰ ਇਹਨਾਂ 'ਤੇ ਵੀ ਰਿਵਿਊ ਜਿਹੜੇ ਨੇ ਮੇਰੇ ਖਿਆਲ ਨਾਲ ਮੁੜ ਵਿਚਾਰ ਜਿਹੜੀ ਆਪੋ ਆਪਣੀਆਂ ਜਥੇਬੰਦੀਆਂ ਦੇ ਅੰਦਰ ਵੀ ਹੋਇਆ
ਹੋਏਗੀ ਔਰ ਜਦੋਂ ਸਾਂਝੀਆਂ ਮੀਟਿੰਗਾਂ ਹੋਣਗੀਆਂ ਉਦੋਂ ਵੀ ਹੋਏਗੀ। ਔਰ ਉਹ ਠੀਕ ਹੈ ਕਿ ਕਿਉਂਕਿ ਉੱਥੋਂ ਮਾਝੇ ਤੋਂ ਹੀ ਜ਼ਿਆਦਾ ਨੇ ਲੋਕ ਦਰਬਾਰ ਸਾਹਿਬ ਉਹ ਜਾਣਗੇ ਕੱਲ੍ਹ ਨੂੰ ਉਸ ਪੱਧਰ ਦੇ ਉੱਤੇ। ਔਰ ਇਹ ਦੋ ਜੇ ਲੱਗਣ ਜਸ਼ਨ ਮਤਲਬ ਵੀ ਅਲੱਗ-ਅਲੱਗ ਤਾਂ ਥੋੜ੍ਹਾ ਜਿਹਾ ਮਤਲਬ ਗੱਲ ਇਹ ਲੱਗਦੀ ਹੈ ਸਾਂਝਾ ਮੋਰਚਾ ਜਿੱਤਿਆ ਅਤੇ ਤੁਸੀਂ ਇਸ ਤਰੀਕੇ ਨਾਲ ਜਾਂਦੇ ਹੋ। ਉਹ ਵੀ ਜੇਕਰ ਸਾਂਝਾ ਹੀ ਹੋ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜਾਂ ਜਿਹੜੀ ਘੱਟੋ ਘੱਟ ਕਿਸਾਨ ਫਤਿਹ ਰੈਲੀ ਕਰਨਾ ਚਾਹੁੰਦੇ ਨੇ ਉਹ ਵੀ ਸਾਂਝੀ ਹੋ ਜਾਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਸਦਾਰੀ ਦੇ ਵਿੱਚ, ਤਾਂ ਕਈ ਗੱਲਾਂ ਹੋਰ ਭਵਿੱਖ ਦੇ ਨਜ਼ਰੀਏ ਤੋਂ ਚੰਗੀਆਂ ਹੋ ਸਕਦੀਆਂ ਨੇ। ਜੀ ਹਮੀਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਚੱਲਿਆ ਇੰਨਾ ਲੰਬਾ ਸਮਾਂ, ਇਸ ਦੀ ਸ਼ੁਰੂਆਤ ਪੰਜਾਬ ਦੀ ਧਰਤੀ ਤੋਂ ਹੋਈ ਸੀ। ਜੇਕਰ ਦੇਖੀਏ ਤਾਂ ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਲਗਭਗ 125 ਥਾਵਾਂ 'ਤੇ ਜਿਹੜੇ ਇਸ ਟਾਈਮ ਰੋਸ ਪ੍ਰਦਰਸ਼ਨ ਹੋ ਰਹੇ ਨੇ, ਅਤੇ ਟੋਲ ਪਲਾਜ਼ੇ ਵੀ 1.25 ਸਾਲ ਤੋਂ ਜਿਹੜੇ ਨੇ ਬੰਦ ਪਏ ਨੇ, ਉਹਨਾਂ 'ਤੇ ਕੋਈ ਟੋਲ ਨਹੀਂ ਲਿੱਤਾ ਜਾ ਰਿਹਾ, ਪਰਚੀ ਮੁਕਤ ਨੇ। ਅਤੇ 15 ਤਰੀਕ ਨੂੰ ਟੋਲ ਪਲਾਜ਼ਿਆਂ 'ਤੇ ਵੀ ਸਾਰੇ ਧਰਨੇ ਖਤਮ ਹੋ ਜਾਣਗੇ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਟੋਲ ਫਿਰ ਜਿਹੜੇ ਹੈਗੇ ਮੁੜ ਸ਼ੁਰੂ ਹੋ ਜਾਣਗੇ। ਅਸੀਂ ਜਾਣਨਾ ਚਾਹਾਂਗੇ, ਇੱਕ ਤਾਂ ਟੋਲ ਪਲਾਜ਼ਿਆਂ ਦੇ ਧਰਨੇ ਖਤਮ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਕਿਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਗਈ, ਇਸ ਦੇ ਨਾਲ ਹੀ ਟੋਲ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਦੇ ਜੀਵਨ 'ਤੇ ਕੀ ਅਸਰ ਪਏਗਾ? ਅਸਲ ਦੇ ਵਿੱਚ ਲੋਕਾਂ ਨੇ ਬੜਾ ਆਨੰਦ ਲਿਆ। ਮੇਰਾ ਖਿਆਲ ਹੈ ਕੋਈ ਅੰਦੋਲਨ 'ਚ ਗਿਆ ਚਾਹੇ ਨਹੀਂ ਗਿਆ, ਬੜਾ ਲੰਮੇ ਸਮੇਂ ਤੋਂ ਇੱਕ ਪਿਛਲੇ ਦਿਨਾਂ 'ਚ ਫਿਗਰ ਆਈ ਹੈ ਸਾਹਮਣੇ, ਕਿੰਨੀ ਕੁ ਠੀਕ ਹੈ ਨਹੀਂ ਪਤਾ ਕਿੱਥੋਂ ਆਈ। ਉਹ ਕਹਿੰਦੇ ਨੇ 2731 ਕਰੋੜ ਰੁਪਇਆ ਟੋਲ ਬਚਿਆ ਲੋਕਾਂ ਦਾ। ਮਤਲਬ ਇਸ ਸਮੇਂ ਦੇ ਦੌਰਾਨ ਜਦੋਂ ਦੇ ਕਿਸਾਨ ਅੰਦੋਲਨ 'ਚ ਟੋਲ ਬੰਦ ਸੀ, ਤਾਂ ਹੁਣ ਟੋਲ ਵਾਲਿਆਂ ਨੇ ਪਿਛਲੇ ਦਿਨਾਂ 'ਚ ਇਹ ਵੀ ਖਬਰਾਂ ਛਪਦੀਆਂ ਰਹੀਆਂ, ਉਹਨਾਂ ਨੇ ਆਪ ਹੀ ਉਹਦਾ ਰੇਟ ਵਧਾ ਤਾ ਕਿ ਅਸੀਂ ਇਹ ਇਕੱਠਾ ਵਸੂਲਣਾ। ਹਾਲਾਂਕਿ ਉਹ ਗੌਰਮੈਂਟਾਂ ਦੀ ਸਹਿਮਤੀ ਤੋਂ ਬਿਨਾਂ ਜਾਂ ਬਾਕੀ ਉਹ ਕੀਤਾ ਨਹੀਂ ਜਾ ਸਕਦਾ। ਅਤੇ ਟੋਲ ਦਾ ਜਿਹੜਾ ਕੰਮ ਸੀ, ਇੱਕ ਪਾਸੇ ਤਾਂ ਮੈਨੂੰ ਇਹ ਲੱਗਿਆ ਕਿ ਜਿਹੜਾ ਡੀਜ਼ਲ ਪੈਟਰੋਲ ਦੇ ਰੇਟ ਵਧੇ ਨੇ, ਸ਼ਾਇਦ ਟੋਲਾਂ ਨੇ ਉਹਨੂੰ ਥੋੜ੍ਹਾ ਜਿਹਾ ਲੋਕਾਂ ਨੂੰ ਰਾਹਤ ਦਿੱਤੀ ਉਸੇ ਸਮੇਂ ਦੌਰਾਨ ਜਦੋਂ ਡੀਜ਼ਲ ਅਤੇ ਪੈਟਰੋਲ ਬਹੁਤ ਵੱਧ ਗਿਆ ਸੀ। ਕਿਉਂਕਿ ਇੱਥੋਂ ਤੁਸੀਂ ਅੰਮ੍ਰਿਤਸਰ ਜਾਂ ਇੱਧਰ ਨੂੰ ਚਲੇ ਜਾਓ ਕਿਤੇ ਵੀ 500 ਰੁਪਏ ਦਾ ਟੋਲ ਲੱਗ ਜਾਂਦਾ ਅਤੇ 500 ਰੁਪਏ ਹੋਰ ਵੱਧ ਲੱਗਣ ਲੱਗ ਜਾਂਦਾ, ਤਾਂ ਆਟੋਮੈਟਿਕਲੀ ਬਹੁਤ ਜ਼ਿਆਦਾ ਲੋਕਾਂ 'ਤੇ ਇੱਕ ਲੈਵਲ ਦਾ ਬਰਡਨ ਪੈਣਾ ਸੀ। ਔਰ ਇਹ ਅਹਿਸਾਸ ਲੋਕਾਂ ਨੂੰ ਅੰਦੋਲਨ ਦਾ ਉਸ ਦਿਨ ਵੀ ਹੋਏਗਾ ਜਿੱਦਣ ਦੁਬਾਰਾ ਖੜ੍ਹ ਕੇ ਟੋਲ ਦੇਣਾ ਪਿਆ। ਇਹ ਤੋਂ ਪਹਿਲਾਂ ਜਿਹੜਾ ਇੰਨਾ ਸਮਾਂ ਨਹੀਂ ਸੀ ਲੱਗਿਆ। ਔਰ ਟੋਲਾਂ ਵਾਲਿਆਂ ਨੇ ਆਪਣੀ ਮੁਰੰਮਤ ਸ਼ੁਰੂ ਕਰਤੀ ਹੈ, ਲਾਈਟਾਂ ਲੂਟਾਂ ਠੀਕ ਕਰਨੀਆਂ ਅਤੇ ਉਹ ਸਾਰਾ ਕੁਝ ਅਤੇ ਉਹ ਉਗਰਾਇਆ ਜਾਣਾ ਉਸ ਪੱਧਰ ਦੇ ਉੱਤੇ। ਔਰ ਸ਼ਾਇਦ ਲੋਕ ਇਹ ਵੀ ਸੋਚਣਗੇ ਫਿਰ, ਹਰ ਬੰਦਾ ਜੇ ਆਪਣੇ ਅੰਦਰ ਝਾਤੀ ਮਾਰੇ ਕਿ ਅੰਦੋਲਨ ਦੇ ਵਿੱਚ ਕਿੰਨੀ ਕੁ ਸ਼ਮੂਲੀਅਤ ਕੀਤੀ, ਉੱਥੋਂ ਬਚਿਆ ਪੈਸਾ ਕਿੰਨਾ ਕੁ ਕੰਟਰੀਬਿਊਟ ਕੀਤਾ ਜਾਂ ਨਹੀਂ ਕੀਤਾ, ਜਾਂ ਆਪਣੇ 'ਤੇ ਹੀ ਲਾ ਲਿਆ, ਇਹ ਵੀ ਇੱਕ ਐਂਗਲ ਉਸ ਪੱਧਰ ਦੇ ਉੱਤੇ ਹੈ। ਹੁਣ 15 ਤਰੀਕ ਨੂੰ ਤਾਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਜਿੱਥੇ ਜਿੱਥੇ ਟੋਲ ਜਾਂ ਮੌਲਜ ਜਾਂ ਜਿਹੜੀਆਂ ਸੀ ਉੱਥੇ ਅਰਦਾਸ ਕਰਕੇ ਉਹਨਾਂ ਨੇ 15 ਤਰੀਕ ਨੂੰ ਕਹਿਣਾ ਵੀ ਠੀਕ ਹੈ ਜੀ, ਹੁਣ ਆਪਾਂ ਇਹਨੂੰ ਮਤਲਬ ਉਠਾ ਲੈਂਦੇ ਹਾਂ ਅਗਲੇ ਪੜਾਅ ਦੇ ਤੌਰ 'ਤੇ। ਜਦੋਂ ਵੀ ਹੁਣ ਅਗਲਾ ਕੋਈ ਪੜਾਅ ਆਏਗਾ ਦੇਖੀ ਜਾਏਗੀ, ਕਿਉਂਕਿ ਕਿਸਾਨ ਅੰਦੋਲਨ ਹਜੇ ਸਹਿਮਤੀ ਤੋਂ ਪਹਿਲਾਂ ਕਾਰਪੋਰੇਟ ਘਰਾਣਿਆਂ ਦੇ ਵੀ ਖਿਲਾਫ ਸੀ ਕਿ ਉਹ ਜਿਹੜੀ ਕਾਰਪੋਰੇਟ ਘਰਾਣੇ ਨੇ ਸਾਡੀ ਖੇਤੀ 'ਤੇ ਕਬਜ਼ਾ ਚਾਹੁੰਦੇ ਨੇ, ਇਸ ਕਰਕੇ ਮੌਲਜ, ਪੈਟਰੋਲ ਪੰਪ ਔਰ ਇਹ ਟੋਲ ਇਹ ਬੰਦ ਸੀਗੇ ਉਸ ਲੈਵਲ 'ਤੇ। ਪਰ ਇਹਦੇ 'ਚ ਇੱਕ ਨਵਾਂ ਮੁੱਦਾ ਉੱਭਰਨਾ ਚਾਹੀਦਾ ਟੋਲ ਦੇ ਮਾਮਲੇ 'ਚ ਜ਼ਰੂਰ। ਟੋਲ ਦੇ ਮਾਮਲੇ 'ਚ ਤੁਸੀਂ ਇਹ ਦੇਖੋ ਕਿ ਇੰਨਾ ਵੱਡਾ ਟੋਲ ਲਾ ਦਿੱਤਾ ਤੁਸੀਂ ਜੀ, ਅਤੇ ਦੇਸ਼ ਦੇ ਵਿੱਚ ਕਾਨੂੰਨ ਦੇ ਤੌਰ 'ਤੇ ਸਾਨੂੰ ਸਭ ਨੂੰ ਕਿਤੇ ਵੀ ਜਾਣ ਦਾ ਬੁਨਿਆਦੀ ਹੱਕ ਹੈ, ਤੁਰਨ ਫਿਰਨ ਦੀ ਆਜ਼ਾਦੀ ਸਾਡੀ ਬੁਨਿਆਦੀ ਹੱਕ 'ਚ ਆਉਂਦੀ ਹੈ। ਅਤੇ ਜੇ ਮੈਂ ਨਹੀਂ ਓਡੀ ਵਧੀਆ ਸੜਕ 'ਤੇ ਤੁਹਾਡੇ ਮੁਤਾਬਕ ਮਤਲਬ ਜਾਣਾ ਚਾਹੁੰਦਾ ਕਿ ਜੀ ਮੇਰੇ ਕੋਲ ਪੈਸੇ ਇੰਨੇ ਨਹੀਂ ਹੈ ਕਿ ਮੈਂ ਤੁਹਾਡਾ ਇਹ ਪੈਸੇ ਦੇ ਕੇ ਜਾ ਸਕਾਂ, ਪਰ ਮੇਰੇ ਲਈ ਜੇ ਕੋਈ ਹੋਰ ਰਸਤਾ ਹੀ ਨਹੀਂ ਛੱਡਿਆ, ਤੁਸੀਂ ਬੰਦ ਕਰਤਾ ਕਿ ਜਾਣਾ ਪਊਗਾ ਤਾਂ ਇੱਥੇ ਪੈਸੇ ਦੇ ਕੇ ਜਾਣਾ ਪਊ, ਤੇਰੇ ਲਈ ਹੋਰ ਕੋਈ ਰਸਤਾ ਨਹੀਂ ਹੈ। ਬਾਹਰਲੇ ਮੁਲਕਾਂ ਦੇ ਵਿੱਚ ਕਿੰਨੇ ਥਾਵਾਂ 'ਤੇ ਇੱਕ ਅਲੱਗ ਰੋਡ ਹੈਗੀ ਆ ਆਮ ਲੋਕਾਂ ਲਈ, ਜਿੱਥੇ ਬੰਦੇ ਹੌਲੀ ਜਾਣ, ਉੱਥੇ ਥੋੜ੍ਹੀ ਭੀੜ ਜ਼ਿਆਦਾ ਹੁੰਦੀ ਹੈ ਅਤੇ ਲੋਕ ਹੌਲੀ ਜਾਣਾ ਚਾਹੁੰਦੇ ਨੇ, ਅਤੇ ਜਿਹਨੂੰ ਕੋਈ ਬਹੁਤ ਟਾਈਮ ਨਾਲ ਲਾਗਾ ਦੇਗਾ ਨਹੀਂ ਹੌਲੀ ਜਾ ਸਕਦਾ। ਸਾਡੇ ਜਿਹੜਾ ਇਹ ਰਸਤਾ ਬੰਦ ਕਰਨ ਦਾ ਕੁਐਸਚਨ ਹੈ, ਗੌਰਮੈਂਟਾਂ 'ਤੇ ਇਹਦਾ ਪ੍ਰੈਸ਼ਰ ਬਣਨਾ ਚਾਹੀਦਾ ਕਿ ਆਮ ਸਧਾਰਨ ਲੋਕਾਂ ਦੇ ਜਿਹੜੇ ਬੰਦਿਆਂ ਨੂੰ ਜ਼ਰੂਰੀ ਨਹੀਂ, ਜਿਹਨੇ ਬਹੁਤ ਜ਼ਿਆਦਾ ਸਪੀਡਾਂ 'ਤੇ ਜਾਣਾ 100 ਕਿਲੋਮੀਟਰ 150 ਕਿਲੋਮੀਟਰ ਦੀ, ਉਹ ਜਾਵੇ ਉਹਦੇ 'ਤੇ ਚਲਾ ਜਾਊਗਾ ਜਿਹਨੇ ਪੈਸੇ ਦੇ ਕੇ ਜਾਣਾ। ਪਰ ਅਲਟਰਨੇਟਿਵ ਰਸਤਾ ਬੰਦ ਨਹੀਂ ਹੋਣਾ ਚਾਹੀਦਾ। ਇਹ ਸੰਵਿਧਾਨਕ ਤੌਰ 'ਤੇ ਔਰ ਕਾਨੂੰਨੀ ਤੌਰ 'ਤੇ ਵੀ ਮੇਰਾ ਖਿਆਲ ਹੈ ਵਿਚਾਰ ਦੀ ਮੰਗ ਕਰਦਾ। ਸ਼ਾਇਦ ਆਉਣ ਵਾਲੇ ਦਿਨਾਂ 'ਚ ਕਦੇ ਨਾ ਕਦੇ ਟੋਲ ਬਹੁਤ ਵੱਡਾ ਇਸ਼ੂ ਬਣੇਗਾ ਲੋਕਾਂ ਦਾ, ਕਿਉਂਕਿ ਇਹ ਬਹੁਤ ਵੱਡੇ ਲੋਕਾਂ ਦੀ ਇੱਕ ਲੈਵਲ ਦੀ ਲੁੱਟ ਹੈ। ਇੱਕ ਨਾ ਉਹ ਪਾਰਦਰਸ਼ੀ ਤਰੀਕਾ ਜੀ ਕਿ ਉੱਥੇ ਦੀ ਵਹੀਕਲ ਕਿੰਨੇ ਲੰਘਦੇ ਸੀ ਜਦੋਂ ਉਹਦਾ ਸਮਝੌਤਾ ਹੋਇਆ, ਇਹ ਬਾਹਰ ਮਤਲਬ ਜਨਤਕ ਹੋਣਾ ਚਾਹੀਦਾ। ਦੂਜੀ ਇਹ ਹੈ ਵੀ ਜਿੰਨਾ ਪੈਸਾ ਉਹ ਸਮਝੌਤਾ ਕੀਤਾ ਅਤੇ ਵੱਧਦਾ ਜਾ ਰਿਹਾ ਹੈ, ਅਤੇ ਉਹ ਕਿੰਨਾ ਪੈਸਾ ਕਲੈਕਟ ਹੋ ਰਿਹਾ ਡੇਲੀ ਅਤੇ ਕਿੰਨਾ ਹੋ ਜਾਊਗਾ ਜਦ ਤੱਕ, ਇਹ ਵੀ ਪਾਰਦਰਸ਼ਨ ਨਹੀਂ ਹੈ। ਉਹ ਸਾਰੀਆਂ ਚੀਜ਼ਾਂ ਵੀ ਲੋਕਾਂ ਨੂੰ ਨਹੀਂ ਪਤਾ ਅਸਲ ਦੇ ਵਿੱਚ ਅਜੇ ਤੱਕ, ਕਿ ਤੁਸੀਂ 1 ਗੁਣਾ ਖਰਚ ਕਰਕੇ ਹੋ ਸਕਦਾ 10 ਗੁਣਾ ਕਮਾਉਂਦੇ ਹੋ, 20 ਗੁਣਾ ਕਮਾਉਂਦੇ ਹੋ, 50 ਗੁਣਾ ਕਮਾਉਂਦੇ ਹੋ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਬਿਲਕੁਲ ਇਹਦੇ ਨਾਲ ਇੱਕ ਨੈਕਸਸ ਬਣ ਜਾਂਦਾ। ਉਹ ਪੋਲੀਟੀਸ਼ੀਅਨ ਨੂੰ, ਬਿਊਰੋਕਰੇਟ ਨੂੰ ਕਿਸੇ ਨੂੰ ਮਾੜਾ ਮੋਟਾ ਹਿੱਸਾ ਵਿੱਚੋਂ ਦੇਣਗੇ ਅਤੇ ਬਾਕੀ ਲੋਕਾਂ ਦੇ ਚੱਲਦਾ ਰਹੂ 25-25 ਸਾਲ ਤੱਕ ਲੋਕਾਂ ਦੀਆਂ ਜੇਬਾਂ ਲੁੱਟਦੇ ਰਹਿਣਗੇ। ਇਹ
ਟੋਲ ਪਲਾਜ਼ੇ ਖਤਮ ਹੋਣ ਦਾ ਜਿਹੜਾ ਰਾਹਤ ਤੇ ਜਿਹੜਾ ਅਹਿਸਾਸ ਲੋਕਾਂ ਨੂੰ ਹੋਇਆ, ਤਾਂ ਇਹ ਵਿਚਾਰਕ ਤੌਰ ਤੇ ਅੱਗੇ ਡਿਮਾਂਡ ਦੇ ਤੌਰ ਤੇ ਉਭਰਨ ਦਾ ਸਵਾਲ ਹੈ, ਉਭਰਨਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਵਿੱਖ ਦੇ ਵਿੱਚ। ਜੀ ਹਮੀਰ ਜੀ, 1 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੇ ਘਰਾਂ ਨੂੰ ਪਹੁੰਚਣੇ ਸ਼ੁਰੂ ਹੋ ਗਏ ਨੇ, ਤੇ ਉਹਨਾਂ ਦੇ ਘਰ ਪਹੁੰਚੇ ਦੇ ਨਾਲ ਹੀ ਇੱਕ ਵੱਡਾ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਵੀ ਕਿ ਫਲਾਣੀ ਕਿਸਾਨ ਜਥੇਬੰਦੀ ਦਾ ਆਗੂ ਫਲਾਣੀ ਰਾਜਸੀ ਪਾਰਟੀ ਨਾਲ ਜਾ ਰਿਹਾ, ਫਲਾਣਾ ਆਗੂ ਕਿਸੇ ਦੂਜੀ ਪਾਰਟੀ ਨਾਲ ਜਾ ਰਿਹਾ। ਇਸ ਨੂੰ ਤੁਸੀਂ ਕਿੰਨਾ ਕੁ ਸੱਚ ਸਮਝਦੇ ਹੋ? ਹਾਂ, ਇਹ ਦਬਾਅ ਪਹਿਲਾਂ ਤੋਂ ਹੀ ਹੈ ਜਥੇਬੰਦੀਆਂ ਤੇ ਜਦੋਂ ਉੱਥੇ ਬੈਠੀਆਂ ਸੀ। ਇੱਕ ਸਮੇਂ ਆਗੂ ਇਹ ਕਹਿੰਦੇ ਰਹੇ ਬਾਕੀ ਪਾਰਟੀਆਂ ਨੂੰ ਕਿ ਜਿੰਨਾ ਚਿਰ ਮੋਰਚਾ ਚੱਲਦਾ ਉਨਾ ਚਿਰ ਅਸੀਂ ਮੋਰਚਾ ਦੇ ਵਿੱਚ ਹਾਂ, ਮੋਰਚੇ ਦੀ ਕੀਮਤ 'ਤੇ ਕੋਈ ਵੀ ਸਿਆਸਤ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਉਹਨੇ ਸਿਆਸੀ ਪਾਰਟੀਆਂ ਨੂੰ ਵੀ ਇਹ ਸੱਦਾ ਦਿੱਤਾ ਸੀ ਕਿ ਜਦੋਂ ਚੋਣਾਂ ਨੇੜੇ ਆ ਜਾਣ, ਮੋਰਚਾ ਖਤਮ ਹੋ ਜਾਏ, ਉਸ ਤੋਂ ਬਾਅਦ ਤੁਸੀਂ ਆਪਣੀ ਐਕਟੀਵਿਟੀ ਕਰ ਲਿਓ, ਗਤੀਵਿਧੀਆਂ, ਤੇ ਹਜੇ ਨਾ ਕਰੋ, ਇਹਦੇ ਨਾਲ ਸਾਡਾ ਮੋਰਚਾ ਕਮਜ਼ੋਰ ਹੁੰਦਾ। ਹੁਣ ਮੋਰਚੇ ਦਾ ਇੱਕ ਪੜਾਅ ਮਤਲਬ ਖਤਮ ਹੋ ਗਿਆ ਜੀ, ਤੇ ਹੁਣ ਸਿੱਧੀ 22 ਦੀ ਇਲੈਕਸ਼ਨ ਹੈ। ਕੋਡ 10 ਦਿਨ ਨੂੰ ਲੱਗ ਜੇ, 15 ਨੂੰ ਲੱਗ ਜੇ, 20 ਦਿਨ, ਮਹੀਨਾ, ਜਦੋਂ ਵੀ ਕੋਡ ਲੱਗੇਗਾ ਉਹ ਅਲੱਗ ਸਵਾਲ ਹੈ। ਬਿਲਕੁਲ। ਤਾਂ ਬਿਨਾਂ ਸ਼ੱਕ ਕੁਝ ਜਥੇਬੰਦੀਆਂ ਤਾਂ ਚੋਣਾਂ ਨਾ ਲੜਨ ਦੇ ਪੱਖ 'ਚ ਨੇ ਪਹਿਲਾਂ ਤੋਂ ਹੀ, ਜਿਹੜੀਆਂ ਕਹਿ ਰਹੀਆਂ ਅਸੀਂ ਨਹੀਂ ਲੜਨਾ, ਪਰ ਕੁਝ ਇਹੋ ਜਿਹਾ ਜਥੇਬੰਦੀਆਂ ਜਾਂ ਆਗੂਆਂ ਦਾ ਗਰੁੱਪ ਹੈ ਜਿਹੜਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਇਹ ਗੱਲ ਚਾਹੁੰਦਾ, ਔਰ ਇਹ ਗੱਲ, ਇਹ ਦਲੀਲ ਠੀਕ ਵੀ ਹੈ ਕਿ ਕਿੰਨਾ ਚਿਰ ਧਰਨੇ ਲਾ ਕੇ ਡਾਂਗਾਂ ਹੀ ਖਾਈ ਜਾਣੀਆਂ ਨੇ, ਕਿ ਪਾਲਿਸੀ ਮੇਕਿੰਗ ਦੇ ਵਿੱਚ ਕਿਸਾਨ, ਮਜ਼ਦੂਰ ਜਾਂ ਆਮ ਲੋਕਾਂ 'ਚੋਂ ਨਹੀਂ ਜਾ ਸਕਦੇ ਬੰਦੇ, ਤੇ ਜੇ ਉਹ ਆਮ ਲੋਕਾਂ 'ਚੋਂ ਚਲੇ ਜਾਣ ਤਾਂ ਸ਼ਾਇਦ ਕਾਫੀ ਕੰਮ ਇਹੋ ਜਿਹੇ ਵੀ ਹੋ ਸਕਦੇ ਨੇ ਜਿਹੜੇ ਲਈ ਧਰਨਾ ਨਾ ਦੇਣਾ ਪਵੇ ਜਾਂ ਬਾਕੀ ਹੈ। ਧਰਨਾ ਤਾਂ ਫਿਰ ਵੀ ਇੱਕ ਵੱਖਰੀ ਗੱਲ ਹੈ, ਤੇ ਇਹ ਵਿਧਾ ਜਿਹੜੀ ਹੈ ਸਿਆਸਤ ਦੀ ਤੇ ਜਮਹੂਰੀਅਤ ਦੀ, ਇਹ ਬਣੀ ਰਹੂਗੀ ਔਰ ਬਣੀ ਰਹਿਣੀ ਚਾਹੀਦੀ ਹੈ। ਪਰ ਜੇ ਨਾਲ ਦੀ ਨਾਲ ਦੂਜੇ ਪਾਸੇ ਵੀ ਕੁਝ ਠੀਕ ਆਦਮੀ ਬੰਦੇ ਜਾਂਦੇ ਨੇ ਜਿਹੜੀ ਉਸ ਸਪੋਰਟ ਦੇ ਨਾਲ ਹੈ, ਤਾਂ ਉਹ ਸਪੋਰਟ ਹੋ ਸਕਦੀ ਹੈ, ਸਗੋਂ ਉਹਦਾ ਕੋਈ ਉਹਦੇ ਖਿਲਾਫ ਨਹੀਂ ਜਾਂਦੀ ਗੱਲ। ਹੁਣ ਸਵਾਲ ਇਹੀ ਹੈ ਕਿ ਉਹ ਕਰਨਗੇ ਕੀ? ਕੀ ਉਹ ਗਰੁੱਪ ਦੀ ਸ਼ਕਲ ਦੇ ਵਿੱਚ ਆਪਣਾ ਕੋਈ ਗਰੁੱਪ ਬਣਾ ਸਕਦੇ ਨੇ ਜਾਂ ਕਿਸੇ ਪਾਰਟੀ 'ਚ ਚਲੇ ਜਾਣਗੇ? ਔਰ ਮੈਨੂੰ ਇਹ ਲੱਗਦਾ ਕਿ ਲੋਕਾਂ ਦੀ ਨਜ਼ਰ ਜਿਹੜੀ ਹੈ ਅੰਦੋਲਨਾਂ ਪਾਰਟੀਆਂ ਦੇ ਪ੍ਰਤੀ, ਜਿਹੜੀਆਂ ਵੀ ਰਵਾਇਤੀ ਪਾਰਟੀਆਂ ਨੇ ਹੁਣ ਤੱਕ, ਜਿਹੜੀਆਂ ਚੋਣ ਲੜੀਆਂ ਨੇ, ਜਿੱਤੀਆਂ ਨੇ, ਜਹਾਰੀਆਂ ਨੇ, ਉਹ ਅਲੱਗ ਗੱਲ ਹੈ, ਉਹਨਾਂ ਪ੍ਰਤੀ, ਬਹੁਤੀਆਂ ਪ੍ਰਤੀ ਇਹੀ ਹੈ ਲੋਕਾਂ ਦਾ ਧਾਰਨਾ ਕਿ ਇਹ ਸਾਡੇ ਭਵਿੱਖ ਦਾ ਕੁਝ ਨਹੀਂ ਕਰ ਸਕਦੀਆਂ। ਇਹ ਅਲੱਗ ਜੇ ਐਲਾਨ ਕਰ ਰਹੀਆਂ ਨੇ ਉਹਦੇ ਤੋਂ ਵੀ ਲੋਕਾਂ ਨੂੰ ਨਜ਼ਰ ਆਉਂਦੀ, ਔਰ ਲੋਕਾਂ ਨੂੰ ਲੱਗਦਾ ਕੋਈ ਬਦਲ ਹੋਵੇ। ਕੀ ਕਿਸਾਨ ਜਥੇਬੰਦੀ ਬਦਲ ਦੇ ਤੌਰ 'ਤੇ ਬਦਲ ਬਣ ਸਕਦੀ ਹੈ? ਜੇ ਕਿਸਾਨ ਜਥੇਬੰਦੀ ਸਿਆਸਤ 'ਚ ਪਲਟਦੀ ਹੈ ਤਾਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਵਰਕਰ ਟੁੱਟਣਗੇ ਬਥੇਰੇ, ਕਿਉਂਕਿ ਕਿਸਾਨ ਜਥੇਬੰਦੀ ਇੱਕ ਜਨਤਕ ਜਥੇਬੰਦੀ ਹੈ, ਉਹਦੇ 'ਚ ਹਰ ਪਾਰਟੀ ਦਾ ਬੰਦਾ ਮੈਂਬਰ ਹੋ ਸਕਦਾ ਹੈ, ਤੇ ਫਿਰ ਤਾਂ ਇਕੱਲੀ ਪਾਰਟੀ ਦਾ ਹੋ ਜਾਏਗਾ। ਹੁਣ ਜੇ ਕਿਸਾਨ ਜਥੇਬੰਦੀ ਕੁਝ ਨਹੀਂ ਕਰਦੀ ਤਾਂ ਉਹ ਫਿਰ ਪੋਲੀਟੀਕਲ ਰੋਲ ਕਿਵੇਂ ਨਿਭਾਊਗੀ? ਉਹਦੇ ਬੰਦੇ ਤਾਂ ਪੋਲੀਟਿਕਸ 'ਚ ਨੇ, ਉਹਨਾਂ ਨੂੰ ਤਾਂ ਵੋਟ ਪਾਉਂਦੇ ਨੇ, ਉਹ ਕਿਸੇ ਨਾਲ ਮਗਰ ਤਾਂ ਲੱਗਦੇ ਨੇ। ਜੇ ਜਿਹੜੇ ਵਰਕਰ ਉਹਨਾਂ ਨੇ ਚੇਤਨ ਕਰਤੇ ਹੁਣ ਇਸ ਅੰਦੋਲਨ ਦੌਰਾਨ ਵੱਡੇ ਪੱਧਰ ਦੇ ਉੱਤੇ, ਬੀਬੀਆਂ, ਬੰਦੇ, ਨੌਜਵਾਨ ਸਾਰੇ, ਕੀ ਉਹਨਾਂ ਨੂੰ ਹੁਣ ਮੁੜ ਕੇ ਮਜਬੂਰੀ 'ਚ ਉਹਨਾਂ ਬੰਦਿਆਂ ਨੂੰ ਇਹ ਵੋਟ ਪਾਉਣੀ ਪਊਗੀ ਜਿਨ੍ਹਾਂ ਦਾ ਘਰਾਓ ਕਰਦੇ ਰਹੇ ਨੇ ਲਗਾਤਾਰ, ਜਾਂ ਜਿਨ੍ਹਾਂ ਤੋਂ ਸਵਾਲ ਪੁੱਛਦੇ ਰਹੇ ਨੇ? ਤੇ ਅਲਟਰਨੇਟਿਵ ਕੀ ਹੋਵੇ? ਬਿਲਕੁਲ। ਤਾਂ ਫਿਰ ਕੀ ਕੋਈ ਇਹੋ ਜਿਹਾ ਬਾਇਆ ਮੀਡੀਆ ਕੱਢ ਸਕਦੀ ਹੈ ਕਿਸਾਨ ਅੰਦੋਲਨ, ਜਿਹੜਾ ਇਹੋ ਜਿਹਾ ਵੀ ਕੋਈ ਇਹੋ ਜਿਹਾ ਪੋਲੀਟੀਕਲ ਫਾਰਮੇਸ਼ਨ ਬਣਾ ਲਈ ਜਾਵੇ ਜਿਹੜੀ ਕਿਸਾਨ ਜਥੇਬੰਦੀਆਂ ਤੋਂ ਅਲੱਗ ਹੋਵੇ? ਜਿਹੜਾ ਜਥੇਬੰਦੀ 'ਚੋਂ ਉਸ ਫੋਰਮ 'ਚ ਜਾਣਾ ਚਾਹੁੰਦਾ ਉਹ ਜਥੇਬੰਦੀ ਛੱਡ ਕੇ ਜਾਵੇ, ਜਥੇਬੰਦੀ ਆਪਣੇ ਤਰੀਕੇ ਨਾਲ ਰਹੇ, ਇੱਕ ਪੋਲੀਟੀਕਲ ਪਲੇਟਫਾਰਮ ਪੰਜਾਬ ਦੇ ਲੋਕਾਂ ਨੂੰ ਮਿਲੇ ਜਿਹਦੇ 'ਚ ਵੱਖ-ਵੱਖ ਲੋਕ ਤਬਦੀਲੀ ਚਾਹੁਣ ਵਾਲੇ ਸ਼ਾਮਲ ਹੋ ਸਕਣ। ਇਹ ਰਾਹ ਨੇ ਆਪੋ ਆਪਣੇ, ਪਰ ਜਥੇਬੰਦੀਆਂ ਦੇ ਆਗੂ ਕਿਹੜੇ ਰਾਹ 'ਤੇ ਚੱਲਣਗੇ? ਮੈਨੂੰ ਇਹ ਲੱਗਦਾ ਕਿ ਜੇਕਰ ਉਹ ਪਾਰਟੀਆਂ ਦੇ ਰਾਹ 'ਤੇ ਚੱਲੇ, ਕਿਸੇ ਇੱਕ ਪਾਰਟੀ 'ਚ 2 ਲੀਡਰ ਚਲੇ ਗਏ, 1 ਚਲੇ ਗਿਆ, 5 ਚਲੇ ਗਏ, 7 ਚਲੇ ਗਏ, ਤਾਂ ਸ਼ਾਇਦ ਉਹ ਲੋਕਾਂ ਦੀ ਅੰਦਰਲੀ ਖੁਸ਼ੀ ਜਿਹੜੀ ਹੈ ਜਾਂ ਲੋਕਾਂ ਦੀ ਅੰਦਰਲੀ ਤਮੰਨਾ ਦੀ ਪੂਰਤੀ ਨਹੀਂ ਹੋਏਗੀ ਉਸ ਮਾਮਲੇ ਦੇ ਵਿੱਚ। ਲੋਕ ਕਿਉਂਕਿ ਉਹਨਾਂ ਤੋਂ ਇੱਕ ਅਲਟਰਨੇਟਿਵ ਹੀ ਚਾਹੁੰਦੇ ਨੇ, ਜੇਤੂ ਅੰਦਾਜ਼ ਦੇ ਲੀਡਰਾਂ ਦੀ ਤਰ੍ਹਾਂ ਲੀਡਰ ਚਾਹੁੰਦੇ ਨੇ। ਉਹ ਕਿਸੇ ਦੇ ਪ੍ਰਧਾਨ ਦੇ ਥੱਲੇ ਲੱਗ ਕੇ ਕਿਸੇ ਹੋਰ ਪਾਰਟੀਆਂ ਦੇ ਵਿੱਚ ਜਾ ਕੇ ਉਸ ਲੈਵਲ ਦਾ ਵਿਵਹਾਰ ਕਰਨਾ ਸ਼ੁਰੂ ਕਰ ਦੇਣਗੇ। ਸ਼ਾਇਦ ਇਹ ਮੈਨੂੰ ਲੱਗਦਾ ਪੰਜਾਬ ਦੇ ਸੁਭਾਅ, ਪੰਜਾਬ ਦੀ ਮੰਗ, ਪੰਜਾਬ ਦੇ ਲੋਕਾਂ ਦੀ ਤਲਾਸ਼ ਦੇ ਅਨੁਕੂਲ ਤਾਂ ਨਹੀਂ ਮੰਨਿਆ ਜਾਏਗਾ। ਹਮੀਰ ਜੀ, ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਐਲਾਨ ਪਹਿਲੇ ਦਿਨ ਹੀ ਕਰਤਾ ਸੀਗਾ, ਜਿਸ ਨੇ ਅੰਦੋਲਨ ਨੂੰ ਜਿਹੜਾ ਹੈਗਾ ਖਤਮ ਕੀਤਾ ਵੀ ਕਿ ਅੰਦੋਲਨ ਖਤਮ ਨਹੀਂ ਹੋਇਆ, ਅੰਦੋਲਨ ਨੂੰ ਜਿਹੜਾ ਹੈਗਾ ਸਸਪੈਂਡ ਕੀਤਾ ਗਿਆ ਵੀ ਕਿ ਲੋਕਾਂ ਦੇ ਹੱਕ ਸੱਚ ਦੀ ਲੜਾਈ ਜਿਹੜੀ ਹੈਗੀ ਹੈ ਸੰਯੁਕਤ ਕਿਸਾਨ ਮੋਰਚਾ ਇਸੇ ਤਰ੍ਹਾਂ ਜਾਰੀ ਰੱਖੇਗਾ। ਇੱਕ ਤਾਂ ਅਸੀਂ ਜਾਣਨਾ ਚਾਹਾਂਗੇ ਇਹ ਕਿਵੇਂ ਜਾਰੀ ਰਹੇਗੀ, ਅਤੇ ਇਸ ਦੇ ਨਾਲ ਹੀ ਵੱਡਾ ਸਵਾਲ ਇਹ ਖੜਾ ਹੁੰਦਾ, ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ 1 ਸਾਲ ਤੋਂ ਵੱਧ ਸਮਾਂ ਹੋ ਗਿਆ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਭਾਜਪਾ ਦਾ ਦੇਸ਼ ਭਰ 'ਚ ਬਾਈਕਾਟ ਕੀਤਾ ਜਾ ਰਿਹਾ ਸੀ, ਕੀ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ? ਹਾਂ, ਸੰਯੁਕਤ ਮੋਰਚੇ ਨੇ ਜਿਹੜੀ ਇੱਕ ਲਾਈਨ ਲਈ ਆ, ਉਦੋਂ ਇੱਕ ਤਾਂ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਚਾਹੇ ਇਹਨਾਂ ਨੇ ਕੁਝ ਦਿਨ ਪਾਏ ਪਰ ਇਕੱਠੇ ਰਹਿ ਕੇ
ਮੋਰਚਾ ਜਦੋਂ ਜਿਹੜੀ ਤੇ ਇਕੱਠੀ ਹੋ ਗਈ ਉਹ 'ਚੋਂ ਕੋਈ ਬਾਹਰ ਨਹੀਂ ਜਾਣ ਦਿੱਤੇ, ਉਹਨਾਂ ਨੂੰ ਇਕੱਠੇ ਰਹਿ ਕੇ ਅੰਤਮ ਤੱਕ ਸਭ ਨੇ ਸਹਿਮਤੀ ਨਾਲ ਪ੍ਰੈਸ ਕਾਨਫਰੰਸ ਕਰਕੇ ਮੋਰਚੇ ਦੀ ਡੇਟ ਤੈਅ ਕੀਤੀ ਵੀ ਆਪਾਂ ਹੁਣ ਉੱਠਣਾ ਜੀ। ਇਹ ਇੱਕ ਚੰਗੀ ਗੱਲ ਹੈ। ਦੂਜੀ ਗੱਲ ਇਹ ਵੀ ਉਹਨਾਂ ਨੇ ਦਿੱਤੀ ਇਸੇ ਕਰਕੇ, ਸੰਕੇਤ ਹੈ ਇਕੱਠੇ ਰਹਿਣ ਦਾ ਕਿ ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ, ਅਸੀਂ ਅੰਦੋਲਨ ਸਸਪੈਂਡ ਕਰਦੇ ਹਾਂ, ਇਹ ਅੰਦੋਲਨ ਖਤਮ ਨਹੀਂ ਕਰ ਰਹੇ। ਕਿਉਂਕਿ ਜਿੰਨੀਆਂ ਗੱਲਾਂ ਸਰਕਾਰ ਨੇ ਲਿਖ ਕੇ ਵੀ ਦਿੱਤੀਆਂ ਨੇ ਕਾਗਜ਼ 'ਤੇ, ਉਹਨਾਂ ਦੀ ਵੀ ਅਜੇ ਲਾਗੂ ਹੋਣਾ ਰਹਿੰਦਾ, ਚਾਹੇ ਉਹ MSP ਦਾ ਮਾਮਲਾ ਹੈ, ਚਾਹੇ ਉਹ 700 ਜੋ ਵੀ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦੇ ਮੁਆਵਜ਼ੇ ਦਾ ਸਵਾਲ ਹੈ, ਚਾਹੇ ਪਰਚੇ ਜਿਹੜੇ ਦਰਜ ਹੋਏ ਪਰਚੇ ਵਾਪਸ ਲੈਣ ਦਾ, ਉਹਦੀ ਇੱਕ ਪ੍ਰਕਿਰਿਆ ਹੈ। ਬਿਲਕੁਲ। ਤੇ ਉਹ ਪ੍ਰਕਿਰਿਆ ਲਈ ਉਹਨਾਂ ਨੇ ਟਾਈਮ ਦਿੱਤਾ ਆਪਣੇ ਆਪ ਨੂੰ ਵੀ, ਸੰਯੁਕਤ ਕਿਸਾਨ ਮੋਰਚੇ ਨੇ ਤੇ ਸਰਕਾਰ ਨੂੰ ਵੀ। ਉਹ 15 ਜਨਵਰੀ ਤੱਕ ਦਾ ਸਮਾਂ ਹੈ। 15 ਜਨਵਰੀ ਨੂੰ ਦੁਬਾਰਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਹੈ। ਅਗਲੀ ਰਣਨੀਤੀ ਉਹਦੇ 'ਚ ਬਦਲਣੀ ਹੈ ਕਿ ਦਮ ਲੈ ਕੇ ਮੁੜ ਕੇ ਜਦੇ ਮੋਰਚਾ ਲਾਉਣਾ ਪੈ ਜਾਊਗਾ ਜਾਂ ਥੋੜ੍ਹਾ ਜਿਹਾ ਅਲੱਗ ਟਾਈਪ ਦਾ। ਇੱਕ ਅਗਲੀ ਗੱਲ ਹੋਰ ਕਿ ਜਦੋਂ ਇਹ ਮੋਰਚਾ ਸਮਾਪਤ ਸੀ, ਜਦੋਂ ਮਤਲਬ ਸੰਯੁਕਤ ਮੋਰਚੇ ਦੇ ਵੱਲੋਂ ਬਲਬੀਰ ਸਿੰਘ ਰਾਜੇਵਾਲ ਸਮੁੱਚੇ ਸੰਯੁਕਤ ਮੋਰਚੇ ਵੱਲੋਂ ਲੋਕਾਂ ਦਾ, ਸੰਸਥਾਵਾਂ ਦਾ ਧੰਨਵਾਦ ਕਰ ਰਹੇ ਸੀ ਜਾਂ ਬਾਕੀ, ਉਦੋਂ ਦੀ ਜਿਹੜੀ ਬਿਆਨ ਹੈ ਸੰਯੁਕਤ ਮੋਰਚੇ ਵੱਲੋਂ ਉਹ ਕਾਫੀ ਮਾਅਨੇ ਰੱਖਦਾ ਔਰ ਬਿਆਨ ਦੂਰ ਅੰਦੇਸ਼ ਬਿਆਨ ਇਸ ਲੈਵਲ 'ਤੇ ਹੈ। ਉਹਨੇ ਕਿਹਾ ਕਿ ਜੇਕਰ BJP ਜਿਹੜੀ ਹੈ ਇਹ ਇਕੱਲੀ ਕਾਰਪੋਰੇਟ ਦੇ ਨਾਲ ਨਹੀਂ ਚੱਲਦੀ ਜੀ, ਇਕੱਲਾ ਕਾਰਪੋਰੇਟ ਨੂੰ ਲਿਆ ਕੇ ਇਕੱਲੀਆਂ ਜ਼ਮੀਨਾਂ ਜਾਂ ਲੋਕਾਂ ਦੀ ਰੋਜੀ ਰੋਟੀ ਦਾ ਖੋਹਣ ਦਾ ਸਵਾਲ ਨਹੀਂ, ਜਿਹੜਾ ਉਹਦੇ 'ਚ ਫਿਰਕੂ ਤੰਤ ਹੈ ਉਹ ਲੋਕਾਂ ਦੀ ਆਪਸੀ ਜਾਨੀ ਨੁਕਸਾਨ ਵੀ ਕਰਾਉਂਦਾ, ਲੜਾਉਂਦਾ, ਨਫ਼ਰਤ ਪੈਦਾ ਕਰਦਾ ਇੱਕ ਦੂਜੇ 'ਚ, ਵਰਗਾਂ 'ਚ ਜਾਂ ਉਹ 'ਚ। ਅਸੀਂ ਸਰਬੱਤ ਦੇ ਭਲੇ ਦੇ ਸਿਧਾਂਤ 'ਤੇ ਗੁਰੂ ਨਾਨਕ ਦੇ 'ਤੇ ਅੰਦੋਲਨ ਲੜਿਆ, ਜਿੱਥੇ ਮਾਨਸ ਕੀ ਜਾਤ ਸਵੇ ਇੱਕ ਪਹਿਚਾਣ ਬੋ ਦੀ ਗੱਲ ਹੈ, ਜਿੱਥੇ ਕੋਈ ਧਰਮ, ਜਾਤ, ਨਸਲ, ਖਿੱਤੇ ਦੇ ਤੌਰ 'ਤੇ ਭੇਦਭਾਵ ਨਹੀਂ, ਇੱਕ ਐਜ ਏ ਇਨਸਾਨ ਦਾ ਸਵਾਲ ਹੈ। ਤਾਂ ਇਹ ਵਿਚਾਰਧਾਰਾ ਤੇ ਉਹ ਵਿਚਾਰਧਾਰਾ ਆਪਸ 'ਚ ਮਿਲਦੀਆਂ ਨਹੀਂ ਹੈ ਜੀ। ਇਸੇ ਕਰਕੇ ਉਹਨੇ ਇਹ ਕਿਹਾ ਕਿ BJP ਦਾ ਸੱਤਾ 'ਚ ਰਹਿਣਾ ਇਹ ਦੋ ਕਾਰਨਾਂ ਕਰਕੇ ਦੇਸ਼ ਤੇ ਦੇਸ਼ ਦੇ ਲੋਕਾਂ ਲਈ ਬਹੁਤ ਖਤਰਨਾਕ ਹੈ ਜੀ। ਪਰ ਨਾਲ ਦੀ ਨਾਲ ਉਹਦੀ ਉਹ ਟੀਸ ਵੀ ਪ੍ਰਗਟ ਹੋਈ ਕਿ ਉਹ ਕਹਿ ਰਹੇ ਨੇ ਕਿ ਵਿਰੋਧੀ ਧਿਰ ਦੇ ਤੌਰ ਤੇ ਹੈ ਹੀ ਕੋਈ ਨਹੀਂ ਹੈ ਜੀ। ਕਾਂਗਰਸ ਜਿਹੇ ਜੀ ਸ਼ਕਲ ਦੇ ਵਿੱਚ ਆ ਉਹ ਸਾਨੂੰ ਪਤਾ ਹੈ, ਬਿਲਕੁਲ, ਬਾਕੀ ਵੀ ਕੋਈ ਨਹੀਂ ਹੈ। ਤੇ ਬਾਕੀ ਕੀ ਬਣੇਗਾ ਇਹ ਉਦੋਂ ਅਗਲਾ ਸਵਾਲ ਹੈ, ਇਹ ਉਹਨਾਂ ਨੂੰ ਵੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ ਹੈ। ਇਹਦੇ ਲਈ ਕੋਸ਼ਿਸ਼ਾਂ ਨੇ ਕਿ ਕਿਸੇ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਕੋਈ ਫਰੰਟ, ਕੋਈ ਫੈਡਰਲ ਫਰੰਟ, ਕੋਈ ਜਿਹੋ ਜਿਹਾ ਵੀ ਕੋਈ ਬਣ ਸਕੂਗਾ ਭਵਿੱਖ ਦੇ ਵਿੱਚ। ਪਰ ਇਹਦੇ ਤੋਂ ਨਜ਼ਰ ਇਹ ਆ ਰਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇੱਕ ਗੱਲ 'ਤੇ ਸਹਿਮਤ ਹੋ ਗਏ ਨੇ ਦਿਮਾਗੀ ਤੌਰ 'ਤੇ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਸੱਦਾ ਦਿੱਤਾ ਸੀ ਮੁਜ਼ੱਫਰਨਗਰ ਮਹਾਪੰਚਾਇਤ ਦੇ ਵਿੱਚ, ਇਹ ਤੋੜਨਗੇ, ਅਸੀਂ ਜੋੜਾਂਗੇ। ਤੇ ਜਿਹੜਾ ਉਹਨਾਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਜਿਹੜੀ ਪੈਰਲਲ ਪਾਰਲੀਮੈਂਟ ਕੀਤੀ ਉੱਥੇ ਸੱਦਾ ਦਿੱਤਾ ਸੀ, ਮੋਦੀ ਗੱਦੀ ਛੱਡੋ, ਕਾਰਪੋਰੇਟੋ ਭਾਰਤ ਛੱਡੋ, ਉਹ ਅਣਸੁਲਝੇ ਅਜੇ ਸਵਾਲ ਨੇ, ਅੱਧ ਪੂਰੇ ਸਵਾਲ ਨੇ। ਤੇ ਉਹਨਾਂ ਸਵਾਲਾਂ 'ਤੇ ਜੇ ਲੰਮੀ ਲੜਾਈ ਸੰਯੁਕਤ ਕਿਸਾਨ ਮੋਰਚਾ ਹੋਰਾਂ ਲੋਕਾਂ ਨੂੰ ਨਾਲ ਲੈ ਕੇ ਲੜੇਗਾ ਤਾਂ ਰਣਨੀਤੀ ਕਲੀਅਰ ਕੱਟ ਦਿਖਾਈ ਦਿੰਦੀ ਆ, ਪੋਲੀਟੀਕਲ ਰਣਨੀਤੀ, ਵੋਟ ਦੀ ਚੋਟ ਦੀ ਵੀ, ਔਰ ਅੱਗੇ ਜਿਹੜੇ ਪੋਲੀਟੀਕਲ ਪੋਲੀਟਿਕਸ ਦੇ ਵਿੱਚ ਵਿਚਾਰਕ ਤੌਰ 'ਤੇ ਆਪਣੀ ਭੂਮਿਕਾ ਨਿਭਾਉਣ ਦੀ ਵੀ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।